ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਤੁਹਾਡਾ ਆਪਣਾ ਮਾਂ ਦੇਸਾਂ ਨੰਦਨ ਜਸਵੀਰ ਸਿੰਘ, ਮੁੱਖ ਸੇਵਾਦਾਰ ਗੁਰਦੁਆਰਾ ਬੁਰਜ ਸਾਹਿਬ ਮਾਈ ਦੇਸਾਂ ਪਾਤਸ਼ਾਹੀ 10ਵੀਂ, ਪਿੰਡ ਚੱਕ ਫਤਿਹ ਸਿੰਘ ਵਾਲਾ ਨੇੜੇ ਭੁੱਚੋ ਮੰਡੀ ਬਠਿੰਡਾ। ਆਓ ਇਸ ਪਾਵਨ ਪਵਿੱਤਰ ਸਥਾਨ ਜੋ ਦੁਨੀਆ ਦੇ ਵਿੱਚ ਇੱਕੋ ਇੱਕ ਆਖਰੀ ਨਿਸ਼ਾਨੀ ਬਚੀ ਹੈ ਗੁਰੂ ਦਸ਼ਮੇਸ਼ ਪਿਤਾ ਦੀ, ਜਿੱਥੇ ਪਰਿਵਾਰ ਵਿਛੋੜੇ ਤੋਂ ਬਾਅਦ ਮਾਤਾ ਸਾਹਿਬ ਕੌਰ ਸੁੰਦਰ ਕੌਰ ਨਾਲ ਪਾਤਸ਼ਾਹ 9 ਦਿਨ ਰਹੇ। ਇੱਥੋਂ ਦੀ ਸੇਵਾ ਕਰਦਿਆਂ ਜੋ ਬ੍ਰਹਮ ਗਿਆਨ ਦੀਆਂ ਦਾਤਾਂ ਮਾਤਾ ਦੇਸਾਂ ਨੂੰ ਪਾਤਸ਼ਾਹ ਨੇ ਬਖਸ਼ਿਸ਼ ਕੀਤੀਆਂ ਤੇ ਮਾਤਾ ਦੇਸਾਂ ਨੇ ਸਾਡੀ ਝੋਲੀ ਪਾਈਆਂ, ਉਹਨਾਂ ਦਾਤਾਂ ਦੇ ਰਾਹੀਂ ਅੱਜ ਆਪਾਂ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹੋਏ ਹੁਕਮਨਾਮੇ ਦੀ ਵਿਆਖਿਆ ਵਰਣਨ ਕਰ ਰਹੇ ਹਾਂ। ਆਓ ਆਪਾਂ ਆਨੰਦ ਮਾਣੀਏ। ਸੂਹੀ ਮਹੱਲਾ ਚੌਥਾ, ਘਰ ਸੱਤਵਾਂ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸਾਡਾ ਸੰਪੂਰਨ ਇਤਿਹਾਸ ਤੇ ਸਾਡਾ ਆਪਣਾ ਆਪਾ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਇੱਕ ਗੱਲ ਤੇ ਡਿਪੈਂਡ ਹੈ ਕਿ ਅਸੀਂ ਉਹ ਜਿਹੜਾ ਓੰਕਾਰ ਹੈ, ਜਿਹੜਾ ਸਰਬ ਵਿਆਪਕ ਪਰਮ ਪਿਤਾ ਹੈ, ਜਿਹਦੀ ਇਹ ਓੰਕਾਰ ਧੁਨੀ ਆ, ਜਿਹ ਤੋਂ ਖੰਡ ਬ੍ਰਹਿਮੰਡ ਸਾਜੇ ਜਾਂਦੇ ਆ, ਉਹਦੀ ਇੱਕਮਿਕਤਾ ਤੇ ਆਪਣੇ ਆਪ ਨੂੰ ਜਾਣਨਾ ਮਿਲਦਾ ਕਿਵੇਂ ਆ? ਸਤਿਗੁਰੂ ਕਹਿੰਦੇ ਸਤਿਗੁਰ ਪ੍ਰਸਾਦ। ਗੁਰੂ ਦੀ ਕਿਰਪਾ ਨਾਲ ਸਾਡੇ ਲਈ ਗੁਰੂ ਹੀ ਸਿਰਮੌਰ ਹੈ, ਗੁਰੂ ਹੀ ਪ੍ਰਮਾਤਮਾ ਹੈ, ਗੁਰੂ ਹੀ ਰੱਬ ਹੈ। ਤੇ ਗੁਰੂ ਜਦੋਂ ਦਇਆ 'ਚ ਆ ਜਾਂਦਾ, ਗੁਰੂ ਜਦੋਂ ਮਿਹਰਬਾਨ ਹੋ ਜਾਂਦਾ, ਤਾਂ ਸਾਨੂੰ ਸਾਰੇ ਨਿਯਮਾਂ ਦਾ ਪਤਾ ਚੱਲ ਜਾਂਦਾ ਕਿ ਸਾਰਾ ਸਿਸਟਮ ਹੈ ਕੀ। ਤੇ ਗੁਰਪ੍ਰਸਾਦ ਸਾਡੇ ਤੇ ਵਾਪਰੇ, ਅਸੀਂ ਝੋਲੀਆਂ ਅੱਡ ਕੇ ਮੰਗਦੇ ਰਹੀਏ। ਆਓ ਗੁਰੂ ਰਾਮਦਾਸ ਸਾਹਿਬ ਅੱਜ ਸਾਡੀ ਝੋਲੀ ਕੀ ਪਾਉਂਦੇ ਨੇ। ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵੰਦ ਨਾ ਸਾਕੋਂ, ਤੂੰ ਠਾਕਰ ਊਚ ਭਗਵਾਨਾ। ਮਹਾਰਾਜ ਕਹਿੰਦੇ ਤੇਰੇ ਕਿਹੜੇ ਕਿਹੜੇ ਗੁਣ ਕਿਵੇਂ ਕਹਾਂ, ਗਾਵਾਂ ਉਹਨਾਂ ਨੂੰ, ਤੂੰ ਗੁਣੀ ਨਿਧਾਨ ਹੈ। ਇਹੋ ਜਿਹਾ ਕੋਈ ਗੁਣ ਹੀ ਨਹੀਂ ਜਿਹੜਾ ਤੇਰਾ ਨਾ ਹੋਵੇ, ਕਿਉਂਕਿ ਤੂੰ ਸ੍ਰਿਸ਼ਟੀ ਦਾ ਕਰਤਾ, ਤੂੰ ਪਾਲਕ ਹੈ, ਤੂੰ ਮਾਲਕ ਹੈ, ਸਭ ਕੁਛ ਹੀ ਤੇਰਾ। ਮੈਂ ਕੀ ਕਹਿ ਕੇ ਗਾਵਾਂ, ਪਰ ਗਾਉਣ ਨਾਲ ਮਿਲਦਾ ਬਹੁਤ ਕੁਛ ਹੈ। ਪਾਤਸ਼ਾਹ ਅੱਗੇ ਵੀ ਕਲੀਅਰ ਕਰਨਗੇ ਕਿ ਜਿਹਦੇ ਗੁਣ ਗਾਈਏ ਉਹਦੇ ਵਰਗੇ ਹੋ ਜਾਈਏ। ਜੈਸੀ ਦ੍ਰਿਸ਼ਟੀ ਵੈਸੀ ਸ੍ਰਿਸ਼ਟੀ। ਅਸੀਂ ਗਾਉਣੇ ਆ ਕਿ ਤੂੰ ਬੇਅੰਤ ਹੈ, ਤੂੰ ਦਿਆਲੂ ਹੈ, ਤੂੰ ਕਿਰਪਾਲੂ ਹੈ, ਪਰ ਪਾਤਸ਼ਾਹ ਕਹਿੰਦੇ ਮੈਂ ਤੇਰੀ ਮਹਿਮਾ ਵਰਣਨ ਨਹੀਂ ਕਰ ਸਕਦਾ। ਤੂੰ ਬੜਾ ਉੱਚਾ ਹੈ, ਤੂੰ ਐਡਾ ਵੱਡਾ ਭਗਵਾਨ ਹੈ ਕਿ ਸਾਰੇ ਖੰਡ ਬ੍ਰਹਿਮੰਡ ਤੇਰੇ ਆਪਣੇ ਹੀ ਨੇ। ਤੇਰੀ ਸਿਫਤ ਦੇ ਵਿੱਚ ਕੀ ਕਹੀਏ। ਅੱਗੇ ਸਤਿਗੁਰੂ ਕਹਿੰਦੇ ਨੇ ਮੈਂ ਹਰ ਹਰ ਨਾਮ ਧਰ ਸੋਈ, ਜਿਉ ਭਾਵੈ ਤਿਉ ਰਾਖ ਮੇਰੇ ਸਾਹਿਬ, ਮੈਂ ਤੁਧ ਬਿਨ ਅਵਰ ਨਾ ਕੋਈ ਰਹਾਓ। ਇਹ ਸੈਂਟਰਲ ਆਈਡੀਆ ਦੇਤਾ ਕਿ ਮੇਰੇ ਲਈ ਤੇਰਾ ਹਰ ਹਰ ਜੋ ਨਾਮ ਹੈ, ਜੋ ਹਰ ਹਰ ਬੀਜ ਮੰਤਰ ਹੈ, ਜਿਹੜਾ ਗੁਰਬਾਣੀ ਦੇ ਵਿੱਚ ਗੁਰਸਿੱਖਾਂ ਨੂੰ ਜਪਣ ਲਈ, ਧਿਆਉਣ ਲਈ ਵਾਰ-ਵਾਰ ਦਿੱਤਾ ਗਿਆ ਸਤਿਗੁਰਾਂ ਵੱਲੋਂ, ਤਾਂ ਅਸੀਂ ਇਹਦੇ ਤੇ ਧਿਆਨ ਦੇਣਾ ਹੈ। ਇਹ ਮੇਰਾ ਆਸਰਾ ਹੈ। ਸਤਿਗੁਰੂ ਕਹਿੰਦੇ ਧਰ ਹੁੰਦਾ ਆਸਰਾ, ਕਿ ਮੈਂ ਹਰ ਹਰ ਨਾਮ, ਜੋ ਹਰ ਹਰ ਨਾਮ ਹੈ, ਇਹ ਧਰ ਮੇਰਾ ਆਸਰਾ ਹੈ। ਮੈਂ ਹਰ ਹਰ ਨਾਮ ਧਰ ਸੋਈ, ਜੋ ਭਾਵ ਹੈ ਤਿਉਂ ਰਾਖ ਮੇਰੇ ਸਾਹਿਬ। ਇਹ ਚੀਜ਼ ਕਿਵੇਂ ਆਉਂਦੀ ਹੈ ਸਾਡੇ 'ਚ? ਅਸੀਂ ਜਦੋਂ ਗੁਰਬਾਣੀ ਪੜ੍ਹੀ ਨਹੀਂ, ਸੁਣੀ ਨਹੀਂ, ਅਸੀਂ ਗੁਰੂਆਂ ਦੇ ਨੇੜ ਵੀ ਨਹੀਂ ਸੀਗੇ। ਜਦੋਂ ਅਸੀਂ ਨੇੜੇ ਆਉਣੇ ਆ ਤਾਂ ਸਾਨੂੰ ਇੱਕ ਨਿਯਮ ਦੀ ਸਮਝ ਆਉਂਦੀ ਆ ਕਿ ਇਹ ਸਾਰਾ ਕੁਛ ਕੋਈ ਵੱਡੀ ਮਹਾਪਾਵਰ ਕਰ ਰਹੀ ਆ। ਬੀਜ ਪਾਇਆ ਜਾਂਦਾ ਤੇ ਬੀਜ ਉੱਗਰਦਾ, ਉਸੇ ਧਰਤੀ 'ਚ ਹੀ ਨਿੰਮ ਉੱਗਰਦਾ, ਉਸੇ 'ਚ ਹੀ ਇਮਲੀ ਉੱਗਰਦੀ ਆ, ਉਸੇ 'ਚ ਹੀ ਗੰਨੇ ਉੱਗਰਦੇ ਆ। ਗੰਨੇ ਮਿੱਠੇ ਹੁੰਦੇ ਆ, ਇਮਲੀ ਖੱਟੀ ਹੁੰਦੀ ਆ, ਨਿੰਮ ਕੌੜਾ ਹੁੰਦਾ। ਕੌਣ ਕਰਦਾ ਇਹ ਸਾਰੇ ਕਾਸੇ ਨੂੰ? ਕੀ ਚੀਜ਼ ਹੈ ਇਹ? ਜਦੋਂ ਇਹਨਾਂ ਨਿਯਮਾਂ ਦੀ ਸਮਝ ਪੈਂਦੀ ਆ ਨਾ, ਉੱਥੇ ਆ ਕੇ ਮਨ ਸਰੈਂਡਰ ਕਰ ਦਿੰਦਾ, ਹੱਥ ਖੜੇ ਕਰ ਦਿੰਦਾ ਕਿ ਜੋ ਦੁੱਧ ਭਾਵੈ ਨਾਨਕਾ ਸਾਈ ਗੱਲ ਚੰਗੀ। ਤੇ ਸਤਿਗੁਰੂ ਉਹੀ ਸਮਝਾਉਂਦੇ ਆ ਸਾਨੂੰ, ਕਹਿੰਦੇ ਜਿਉਂ ਭਾਵੈ ਤੇ ਉਹ ਰਾਖ ਮੇਰੇ ਸਾਹਿਬ, ਕਿਉਂਕਿ ਉਹ ਤਾਂ ਰੱਖ ਹੀ ਰਿਹਾ। ਅਸੀਂ ਸਰੈਂਡਰ ਕਰਨਾ। ਜੇ ਅਸੀਂ ਬਹਾ ਤੋਂ ਉਲਟ ਬਹਾਂਗੇ, ਅਸੀਂ ਦੁਖੀ ਹੋਵਾਂਗੇ, ਅਸੀਂ ਕਲਪਾਂਗੇ, ਕਿਉਂਕਿ ਸਾਡੇ ਕਹੇ ਹੋਣਾ ਤੋਂ ਮੈਂ ਕੁਛ ਨਹੀਂ। ਤੇ ਸਤਿਗੁਰੂ ਨੇ ਸਾਨੂੰ ਪਹਿਲੇ ਹੀ ਸਮਝਾਇਆ ਵਾ ਕਿ ਬੀਜ ਇਹ ਜੇ ਪਾਓਗੇ ਉਹ ਜਿਹਾ ਵੱਢੋਗੇ। ਤੇ ਇਹਨੂੰ ਉਡੀਕੋ ਜਿਉਂ ਭਾਵ ਹੈ ਤੇ ਉਹ ਰਾਖ ਮੇਰੇ ਸਾਹਿਬ, ਮੈਂ ਤੁਧ ਬਿਨ ਅਵਰ ਨਾ ਕੋਈ, ਤੇਰੇ ਬਿਨਾ ਮੇਰੇ ਲਈ ਕੋਈ ਨਹੀਂ ਹੈ ਹੋਰ ਰਹਾਓ। ਇੰਨੀ ਸਮਝ ਬਣ ਜਾਂਦੀ ਹੈ ਕਿ ਜਦੋਂ ਸਾਰਾ ਪਸਾਰਾ ਹੀ ਉਹਦਾ, ਉਹ ਤੋਂ ਬਿਨਾ ਹੋਰ ਹੋ ਹੀ ਕੌਣ ਸਕਦਾ? ਸਭ ਕੁਛ ਹੈ ਹੀ ਉਸੇ ਮਾਲਕ ਦਾ। ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸੁਆਮੀ, ਮੈਂ ਤੁਧ ਆਗੈ ਅਰਦਾਸ। ਹੇ ਹਰੀ, ਹੇ ਪ੍ਰਮਾਤਮਾ, ਮੇਰਾ ਤਾਣ ਵੀ, ਦੀਵਾਨ ਵੀ, ਮੇਰਾ ਆਸਰਾ ਵੀ, ਮੇਰਾ ਸੁਆਮੀ ਤੂੰ ਹੈ। ਮੇਰੀ ਜੋ ਵੀ ਅਰਦਾਸ ਹੈ, ਜੋ ਵੀ ਜੋਦੜੀ ਹੈ, ਤੇਰੇ ਅੱਗੇ ਆ।
ਤੂੰ ਮੇਰੇ ਦਿਲ ਦੀਆਂ ਜਾਣਦਾ, ਤੂੰ ਹੀ ਅੰਦਰ ਵਸਿਆ ਹੋਇਆ, ਤੈਨੂੰ ਹੀ ਮੈਂ ਮਿਲਣਾ। ਮੈਂ ਹੋਰ ਥਾਉ ਨਾਹੀਂ ਜਿਸ ਪਹਿ ਕਰੋ ਬੇਨੰਤੀ, ਮੇਰਾ ਦੁੱਖ ਸੁੱਖ ਤੁਧ ਹੀ ਪਾਸ। ਐਸਾ ਕੋਈ ਹੋਰ ਥਾਂ ਹੀ ਨਹੀਂ ਹੈ ਜਿਹੜਾ ਤੈਥੋਂ ਬਿਨਾ ਹੋਵੇ। ਹਰ ਥਾਂ ਤੂੰ ਹੀ ਹਾਜ਼ਰ ਨਾਜ਼ਰ ਆ, ਹਰ ਪਾਸੇ ਤੂੰ ਹੈ, ਕਣ ਕਣ ਦੇ ਵਿੱਚ ਤੂੰ ਹੈ, ਤੈਥੋਂ ਬਿਨਾ ਕੁਝ ਵੀ ਨਹੀਂ ਹੈ। ਮੈਂ ਹੋਰ ਕਿਤੇ ਕਿਵੇਂ ਅਰਦਾਸ ਕਰ ਸਕਦਾ? ਮੇਰੀ ਤਾਂ ਬੇਨਤੀ ਤੇਰੇ ਅੱਗੇ ਹੈ। ਮੇਰਾ ਸੁੱਖ ਵੀ ਮੇਰਾ ਦੁੱਖ ਵੀ ਤੇਰੇ ਪਾਸ ਹੀ ਆ, ਕਿਉਂਕਿ ਜਿੱਧਰ ਵੀ ਵੇਖੀਏ ਤੂੰ ਹੀ ਤੂੰ ਆ, ਤੈਥੋਂ ਬਿਨਾ ਹੈ ਹੀ ਕੋਈ ਸੰਸਾਰ ਤੇ ਕੁਛ ਨਹੀਂ। ਇਹੀ ਪਸਾਰੇ ਬਾਰੇ ਸਾਨੂੰ ਗੁਰੂ ਨਾਨਕ ਨੇ ਜਪਜੀ ਸਾਹਿਬ 'ਚ ਸਮਝਾਇਆ ਹੋਇਆ ਕਿ ਸਭ ਬੇਅੰਤਾ ਉਹੀ ਆ, ਹਨਾ। ਵਿੱਚੇ ਧਰਤੀ ਵਿੱਚੇ ਪਾਣੀ, ਵਿੱਚ ਕਾਸ਼ਟ ਅਗਣਤ ਰੀਜੈ। ਕਹਿੰਦੇ ਦੇਖੋ ਕੈਸਾ ਇੱਕ ਸਿਸਟਮ ਬਣਾਇਆ। ਧਰਤੀ ਦੇ ਵਿੱਚ ਪਾਣੀ ਹੈ, ਪਾਣੀ ਦੇ ਵਿੱਚ ਫੇਰ ਧਰਤੀ ਹੈ, ਚਾਰ ਸਫੇਰੇ ਇਹੀ ਚੀਜ਼ ਖੇਡੀ ਜਾ ਰਹੀ ਹੈ। ਤੇ ਜਿਹੜੀ ਲੱਕੜੀ ਹੈ ਉਹਦੇ ਵਿੱਚ ਅੱਗ ਸਮਾਈ ਹੋਈ ਆ। ਦੇਖੋ ਕਿਵੇਂ ਖੇਡਾਂ ਬਣਾਈਆਂ ਦਾਤੇ ਨੇ। ਜਿਹੜੀਆਂ ਚੀਜ਼ਾਂ ਇਕੱਠੀਆਂ ਨਹੀਂ ਰਹਿ ਸਕਦੀਆਂ ਉਹ ਇਕੱਠੀਆਂ ਕੀਤੀਆਂ ਹੋਈਆਂ, ਪਾਣੀ ਤੇ ਅੱਗ। ਤੇ ਫਿਰ ਮਹਾਰਾਜ ਅੱਗੇ ਕੀ ਕਹਿੰਦੇ, ਬੱਕਰੀ ਸਿੰਘ ਇਕਤਾ ਥਾਏ ਰਾਖੇ, ਮਨ ਹਰ ਜਪ ਭਰਮ ਭਾਉ ਦੂਰ ਕੀਜੈ। ਕਹਿੰਦੇ ਉਹ ਮਾਲਕ ਦੇ ਰੰਗ ਦੇਖ, ਅੱਗ ਤੇ ਪਾਣੀ ਇੱਕੋ ਥਾਂ ਰੱਖੇ ਹੋਏ ਆ, ਪਾਣੀ ਤੇ ਧਰਤੀ ਇੱਕੋ ਥਾਂ ਰੱਖੇ ਹੋਏ ਆ। ਜਾਣੀ ਆਈ ਮੰਨ ਲਓ ਆਪਣੇ ਲਈ ਤਾਂ ਸਾਹਮਣੇ ਆ ਕਿ ਜਿਵੇਂ ਸ਼ੇਰ ਹੈ, ਸਿੰਘ ਹੈ, ਬੱਕਰੀ ਨੂੰ ਛੱਡਦਾ ਹੀ ਨਹੀਂ, ਪਰ ਬੱਕਰੀ ਤੇ ਸ਼ੇਰ ਇੱਕੋ ਥਾਂ ਰੱਖੇ ਹੋਏ ਆ। ਬੱਕਰੀ ਸਿੰਘ ਇਕਤਾ ਥਾਏ ਰਾਖੇ, ਮਨ ਹਰ ਜਪ ਭਰਮ ਭਾਉ ਦੂਰ ਕੀਜੈ। ਮਹਾਰਾਜ ਕਹਿੰਦੇ ਆ ਮਨਾ ਦੇਖ ਤੂੰ ਜਿਹੜਾ ਐਡਾ ਬੇਅੰਤ ਹੈ, ਕਿੱਡਾ ਵੱਡਾ ਸਿਸਟਮ ਪੈਦਾ ਕੀਤਾ। ਪਾਣੀ ਦੀ ਧਰਤੀ ਹੈ, ਧਰਤੀ 'ਚ ਪਾਣੀ ਹੈ, ਅਗਨੀ ਸੁਪੀ ਹੋਈ ਆ ਗਾਹਾਂ ਬਨਸਪਤੀ ਦੇ ਵਿੱਚ। ਇਹ ਦੇਖ ਤੂੰ ਤਾਂ ਤੂੰ ਉਸ ਮਾਲਕ ਹਰੀ ਨੂੰ ਜਪ, ਉਹਨੂੰ ਚੇਤੇ ਕਰਿਆ, ਉਹਨੂੰ ਜਪਿਆ, ਤੇਰੇ ਸਾਰੇ ਭਰਮ ਸਾਰੇ ਭਉ ਦੂਰ ਹੋ ਜਾਂਦੇ। ਕਿਉਂਕਿ ਉਹਨੂੰ ਜਪੇ ਹੀ ਪਤਾ ਲੱਗਦਾ ਕਿ ਮੈਂ ਜਿਹੜਾ ਆਪਦੇ ਆਪ ਨੂੰ ਆਹ ਸਮਝੀ ਬੈਠਾ ਸੀ ਤੇ ਮੈਂ ਮਰ ਨਾ ਜਾਵਾਂ, ਮੈਨੂੰ ਭਰਮ ਸੀਗੇ। ਮੈਨੂੰ ਪਤਾ ਚੱਲਿਆ ਜਪ ਕੇ, ਧਿਆ ਕੇ, ਅੰਦਰੇ ਅੰਦਰ ਜਾ ਕੇ ਕਿ ਮੈਂ ਇਹ ਸਰੀਰ 'ਚ ਆਉਣ ਤੋਂ ਪਹਿਲਾਂ ਵੀ ਸੀਗਾ, ਹੁਣ ਵੀ ਹਾਂ, ਤੇ ਮੈਂ ਜਦੋਂ ਸਰੀਰ ਛੱਡ ਗਿਆ ਫੇਰ ਵੀ ਰਹੂੰਗਾ। ਜਿੱਦੇ ਇਹ ਗੱਲ ਪਤਾ ਲੱਗ ਜਾਂਦੀ ਹੈ ਉਹਦੇ ਅਸੀਂ ਨਿਰਭਉ ਨਿਰਵੈਰ ਹੋ ਜਾਂਦੇ ਆ। ਸਾਨੂੰ ਇਸ ਫਿਲਮ ਦਾ ਜਗਤ ਤਮਾਸ਼ੇ ਦਾ ਪਤਾ ਲੱਗ ਜਾਂਦਾ ਕਿ ਇਹਦੇ ਅਸੂਲ ਕੀ ਨੇ। ਫਿਰ ਅਸੀਂ ਉਹਨਾਂ ਅਸੂਲਾਂ ਨੂੰ ਮਾਣ ਕੇ ਜਾਣ ਕੇ ਆਨੰਦ ਨਾਲ ਜੀਵਨ ਜਿਉਣੇ ਆ, ਚੜ੍ਹਦੀ ਕਲਾ ਨਾਲ ਜੀਵਨ ਜਿਉਣੇ ਆ। ਹਰ ਕੀ ਵਡਿਆਈ ਦੇਖੋ ਸੰਤ ਹੋ, ਹਰ ਨਿਮਾਣਿਆ ਮਾਣ ਦਿਵਾਈ। ਕਹਿੰਦੇ ਉਹਦੀਆਂ ਵਡਿਆਈਆਂ ਵੇਖ। ਜਿਹੜਾ ਖੁਦ ਨਿਮਾਣਾ ਹੋ ਜਾਂਦਾ, ਨਿਮਾਣੇ ਦਾ ਮਤਲਬ ਹੁੰਦਾ ਜਿਹਦਾ ਕੋਈ ਮਾਣ ਨਹੀਂ ਹੈ, ਜਿਹੜਾ ਮਾਣ ਕਰ ਹੀ ਨਹੀਂ ਸਕਦਾ, ਕਾਹਦਾ ਕਰੇ? ਮੇਰੇ ਵਰਗਾ ਮਾਣ ਕਾਹਦਾ ਕਰੇ, ਹਨਾ। ਮਹਾਰਾਜ ਕਹਿੰਦੇ ਦੇਖੋ ਉਹਦੀ ਪਰ ਵਡਿਆਈ ਦੇਖੋ ਹਰੀ ਦੀ। ਹਰ ਕੀ ਵਡਿਆਈ ਦੇਖੋ ਹੋ ਸੰਤੋ, ਹਰ ਨਿਮਾਣਿਆ ਮਾਣ ਦਵਾਏ। ਕੌਣ? ਹਰ। ਇਹ ਲਫ਼ਜ਼ ਚੇਤੇ ਰੱਖਣਾ ਜਿਹਨੂੰ ਗੁਰਬਾਣੀ 'ਚ ਵਾਰ-ਵਾਰ ਸਾਨੂੰ ਦੱਸਿਆ ਨਾ, ਕਿਉਂਕਿ ਗੁਰਬਾਣੀ ਦੇ ਜਿਹੜੇ ਦਿੱਤੇ ਹੋਏ ਬੀਜ ਮੰਤਰ ਆ ਨਾ, ਉਹ ਪਾਸਵਰਡ ਦੀ ਤਰ੍ਹਾਂ ਹੁੰਦੇ ਆ। ਤੇ ਪਾਸਵਰਡ ਤੁਸੀਂ ਜਾਣਦੇ ਹੋ ਤਾਂ ਹੀ ਖੁੱਲਦਾ ਜੇ ਸਹੀ ਅਕਸ਼ਰ ਨੱਪੇ ਜਾਣ। ਤੇ ਇਸੇ ਕਰਕੇ ਸਾਥੋਂ ਬਹੁਤ ਗੁੰਝਲਾਂ ਹੱਲ ਨਹੀਂ ਹੋ ਰਹੀਆਂ, ਕਿਉਂਕਿ ਅਸੀਂ ਨੱਪੀ ਕੁਝ ਹੋਰ ਜਾਂਦੇ ਆ। ਕਿਹਾ ਹਰ ਕਹਿਣ ਨੂੰ ਆ, ਜਪਣ ਨੂੰ ਹਰ ਕਿਹਾ, ਅਸੀਂ ਕੁਝ ਹੋਰ ਬੋਲਦੇ ਆ। ਤਾਂ ਉਹਦੇ ਨਾਲ ਪਤਾ ਕੀ ਲੱਗਦਾ ਕਿ ਉਹ ਖੁੱਲ ਨਹੀਂ ਰਿਹਾ ਰਸਤਾ। ਕਿਉਂਕਿ ਬੀਜ ਆ ਜਿਹੜਾ, ਜਿਵੇਂ ਬੋਹੜ ਐਡਾ ਵੱਡਾ ਦਰਖਤ ਆ, ਪਰ ਉਹਦਾ ਬੀਜ ਬੜਾ ਬਰੀਕ ਛੋਟਾ ਜਿਹਾ ਹੁੰਦਾ ਤੇ ਉਹ ਬੀਜ ਦੇ ਵਿੱਚ ਹੀ ਬੋਹੜ ਛੁਪਿਆ ਹੁੰਦਾ। ਤੇ ਜਿਹੜਾ ਹਰ ਨਾਮ ਆ ਨਾ, ਇਹ ਜਿਹੜਾ ਬੀਜ ਮੰਤਰ ਹੈ ਦਿੱਤਾ ਹੋਇਆ, ਇਹਦੇ ਵਿੱਚ ਬੜਾ ਕੁਝ ਛੁਪਿਆ ਹੋਇਆ। ਸਾਰੇ ਖੰਡ ਬ੍ਰਹਿਮੰਡ ਇਹਦੇ ਵਿੱਚ ਹੀ ਨੇ। ਇਹ ਮਾਲਕ ਦਾ ਆਪਣਾ ਨਾਮ ਹੈ। ਤੇ ਮਹਾਰਾਜ ਕਹਿੰਦੇ ਉਹਦੀ ਵਡਿਆਈ ਦੇਖੋ, ਮਾਲਕ ਦੀ। ਹਰ ਕੀ ਵਡਿਆਈ ਦੇਖੋ ਹੋ ਸੰਤ ਹੋ, ਹਰ ਨਿਮਾਣਿਆ ਮਾਣ ਦਵਾਈ। ਕਿਵੇਂ ਦਵਾਉਂਦਾ ਨਿਮਾਣਿਆਂ ਨੂੰ ਮਾਣ? ਜਿਉਂ ਧਰਤੀ ਚਰਨ ਤਲੇ ਤੇ ਉੱਪਰ ਆਵੈ, ਤਿਉਂ ਨਾਨਕ ਸਾਧ ਜਣਾ ਜਗਤ ਆਣ ਸਭ ਪੈਰੀ ਪਾਏ। ਕਹਿੰਦੇ ਜਿਵੇਂ ਬੰਦਾ ਮਰ ਜਾਂਦਾ ਧਰਤੀ ਉੱਪਰ ਆ ਜਾਂਦੀ ਹੈ, ਇਸੇ ਤਰ੍ਹਾਂ ਜਦੋਂ ਕੋਈ ਉਹਦਾ ਹੋ ਜਾਂਦਾ ਹੈ, ਮਾਲਕ ਨਾਲ ਜੁੜ ਜਾਂਦਾ ਹੈ, ਹਰੀ ਦਾ ਦਾਸ ਬਣ ਜਾਂਦਾ, ਤਾਂ ਫਿਰ ਕਹਿੰਦੇ ਸੰਸਾਰ ਨੂੰ, ਜਗਤ ਨੂੰ ਉਹਦੇ ਪੈਰੀ ਪਾ ਦਿੰਦਾ। ਉਹ ਕਰਤਾ ਉਹਦਾ ਸਤਿਕਾਰ ਹੋਣ ਲਾ ਦਿੰਦਾ, ਉਹਨੂੰ ਲੋਕ ਮੱਥੇ ਟੇਕਦੇ ਆ, ਉਹਨੂੰ ਪੂਜਦੇ ਆ। ਇਹ ਗੁਰੂ ਨਾਨਕ ਦੇ ਘਰ ਦੇ ਵਿੱਚ ਦੀ ਵਡਿਆਈ ਹੈ, ਇਹ ਲਿਖਿਆ ਹੋਇਆ। ਅਸੀਂ ਇਹਨਾਂ ਗੱਲਾਂ 'ਚ ਨਾ ਉਲਝਿਆ ਕਰੀਏ ਕਿ ਇਹ ਸੰਤ ਨਹੀਂ ਹੁੰਦੇ, ਸਾਧ ਨਹੀਂ ਹੁੰਦੇ, ਆਹ ਨਹੀਂ ਹੁੰਦਾ, ਆਹ ਵੀ ਨਹੀਂ ਹੁੰਦਾ, ਆਹ ਵੀ ਨਹੀਂ ਹੁੰਦਾ। ਅਸੀਂ ਤਾਂ ਐਂ ਗੱਲਾਂ ਕਰਦੇ ਹਾਂ ਸਾਰੇ ਕਿ ਜਿਵੇਂ ਬਾਗ ਤਾਂ ਹੈਗਾ ਗੁਰੂ ਨਾਨਕ ਦਾ, ਬਾਗ ਦੇ ਵਿੱਚ ਬੂਟੇ ਬਹੁਤ ਸੋਹਣੇ ਹੈ, ਛਾਂ ਤਾਂ ਹੈਗੀ ਹੈ, ਪਰ ਫਲ ਕੋਈ ਨਹੀਂ। ਇਹ ਸਾਧੂ ਹੋਣਾ, ਸਾਧਕ ਹੋਣਾ, ਸੰਤ ਹੋਣਾ, ਬ੍ਰਹਮ ਗਿਆਨੀ ਹੋਣਾ, ਇਹ ਗੁਰੂ ਨਾਨਕ ਦੇ ਘਰ ਦੀ ਫੁੱਲਵਾੜੀ ਦੇ ਫਲ ਹੈ। ਜੇ ਫਲ ਹੀ ਨਾ ਹੋਊਗਾ ਤਾਂ ਬਾਗ ਦੇ ਵਿੱਚੋਂ ਮਾਲੀ ਕੀ ਖੱਟ ਲੂਗਾ ਤੇ ਸੰਸਾਰ ਵੀ ਕੀ ਖੱਟ ਲੂਗਾ। ਇਹ ਗੁਰੂ ਨਾਨਕ ਨੇ ਲਿਖ ਕੇ ਦਿੱਤੀਆਂ ਦਾਤਾਂ ਹੈ, ਤੁਸੀਂ ਸਹੀ ਹੋ ਕੇ ਦੇਖੋ ਤਾਂ ਸਹੀ।
ਉਹਦੇ ਤੇ ਛੱਡ ਕੇ ਦੇਖੋ ਤਾਂ ਸਹੀ, ਜੇ ਨਾ ਸਾਰਾ ਜਗਤ ਪੈਰੀ ਪੈ ਜੇ, ਪੈਂਦਾ ਅਸੀਂ ਆਪਣੇ ਅੱਖੀ ਦੇਣੇ ਆ। ਆਪਾਂ ਸਾਰੇ ਹੀ ਵੇਖ ਰਹੇ ਹਾਂ, ਜਿੱਥੇ ਕੋਈ ਸਾਧੂ ਮਹਾਂਪੁਰਸ਼ ਬੈਠੇ ਆ ਤੇ ਉੱਥੇ ਕਿਆ ਰੰਗ ਲੱਗੇ ਹੋਏ ਨੇ, ਕਿਵੇਂ ਦੁਨੀਆ ਤਰਸਦੀ ਆ ਦਰਸ਼ਨਾਂ ਨੂੰ, ਕਿਵੇਂ ਜਾ ਚਲਨੀ ਲੱਗਦੇ ਨੇ। ਇਹ ਖੇਡਾਂ ਉਹ ਮਾਲਕ ਦੀਆਂ, ਉਹ ਮਾਲਕ ਨਾਲ ਜਦੋਂ ਕੋਈ ਜੁੜ ਜਾਂਦਾ ਤੇ ਸਤਿਗੁਰੂ ਦਾ ਫਿਰ ਸਤਿਕਾਰ ਪਿਆਰ ਕਰਾਉਂਦੇ ਆ। ਜਿਹੜਾ ਉਹਨੂੰ ਪੂਜਦਾ ਨਾ ਗੁਰੂ ਨਾਨਕ ਨੂੰ, ਫਿਰ ਉਹਦੀ ਪੂਜਾ ਕਰਾ ਦਿੰਦਾ ਦੁਨੀਆ ਤੋਂ। ਤੇ ਸੰਗਿਆ ਡਰਿਆ ਨਾ ਕਰੋ, ਕੋਈ ਗੱਲ ਨਹੀਂ। ਜੇ ਕੋਈ ਉਹਨੂੰ ਧਿਆਉਂਦਾ ਤਾਂ ਉਹਦਾ ਫਿਰ ਅਸਰ ਵੀ ਹੁੰਦਾ, ਉਹਦੀ ਦੁਆ ਵੀ ਕਬੂਲ ਹੁੰਦੀ ਆ ਤੇ ਉਹਦਾ ਕਿਹਾ ਸੱਤ ਵੀ ਹੁੰਦਾ। ਇਹ ਅੱਜ ਦਾ ਮੁੱਖ ਵਾਕ ਆਪਾਂ ਨੂੰ ਗੁਰੂ ਰਾਮਦਾਸ ਸਾਹਿਬ ਦੇ ਦਰ ਤੋਂ ਮਿਲਿਆ ਤੇ ਆਪਾਂ ਇਹਦੀ ਵਿਆਖਿਆ ਅੱਜ ਕੀਤੀ ਆ। ਕੋਸ਼ਿਸ਼ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਕਿ ਬੜੀ ਮਾਤਾ ਦੇਸਾਂ ਨੇ ਕਿਰਪਾ ਕੀਤੀ ਆ, ਆਪਣੇ ਘਰੇ ਜਨਮ ਦਿੱਤਾ, ਬਚਪਨ ਤੋਂ ਇੱਥੇ ਹੀ ਜੋੜੀ ਰੱਖਿਆ, ਇੰਨੀ ਸਾਧਨਾ ਕਰਵਾਈ, ਹਰ ਤਰ੍ਹਾਂ ਦੇ ਗ੍ਰੰਥ ਪੜ੍ਹਨ ਨੂੰ ਦਿੱਤੇ, ਹਰ ਤਰ੍ਹਾਂ ਦੇ ਧਰਮ ਵਾਲਿਆਂ ਕੋਲੇ ਜਾਣ ਦਾ ਮੌਕਾ ਮਿਲਿਆ, ਬੜਾ ਕੁਝ ਝੋਲੀ ਪਾਇਆ। ਉਹ ਬ੍ਰਹਮ ਗਿਆਨ ਦੀਆਂ ਦਾਤਾਂ ਝੋਲੀ ਪਾਈਆਂ। ਕੋਸ਼ਿਸ਼ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਉਹ ਸਾਰਾ ਕੁਝ, ਪਹਿਲਾਂ ਆਪਾਂ ਜਿਵੇਂ ਵਾਕ ਰਾਹੀਂ ਸੁਣਦੇ ਹਾਂ, ਹੁਣ ਵੇਖਦੇ ਹਾਂ, ਤੇ ਜਿੱਦੇ ਆਪਣੇ ਨਾਲ ਇੰਨੀ ਕੁ ਸੰਗਤ ਜੁੜ ਗਈ ਕਿ ਆਪਾਂ ਸਿੱਧੇ ਲਾਈਵ ਹੋ ਸਕਦੇ ਹੋਈਏ, ਤਾਂ ਆਪਾਂ ਲਾਈਵ ਹੋ ਕੇ ਵੱਖ-ਵੱਖ ਜੋ ਗੁਰਬਾਣੀ ਦੇ ਵਿੱਚ ਦਿੱਤੇ ਹੋਏ ਮੈਥਡ ਨੇ, ਜੋ ਬੀਜ ਮੰਤਰ ਦਿੱਤੇ ਹੋਏ ਨੇ, ਜੋ ਜਪਣ ਨੂੰ ਧਿਆਉਣ ਨੂੰ ਕਿਹਾ, ਕਿਉਂਕਿ ਸਾਨੂੰ ਸਾਰਿਆਂ ਤੋਂ ਪਹਿਲਾਂ ਗੁਰੂ ਨਾਨਕ ਨੇ ਜਪ ਕਿਹਾ, ਜਾਪ ਦਿੱਤਾ, ਫਿਰ ਪਾਠ ਦਿੱਤਾ ਕਿ ਅਸੀਂ ਜਾਣ ਸਕੀਏ ਜਿਹਨੂੰ ਜਪਦੇ ਆ ਉਹ ਆਦਿ ਤੋਂ ਸੱਚ ਆ, ਜਿਹੜਾ ਓਂਕਾਰ ਹੈ, ਇੱਕ ਓਂਕਾਰ ਹੈ, ਉਹ ਜਿਹੜਾ ਆਦਿ ਤੋਂ ਸੱਚ ਆ, ਜਿਹੜਾ ਖੰਡਾਂ ਬ੍ਰਹਮੰਡਾਂ ਦਾ ਰਾਜਾ ਮਹਾਰਾਜਾ ਮਾਲਕ ਹੈ, ਉਹਦੇ ਲਈ ਅਸੀਂ ਪਹਿਲਾਂ ਉਹਨੂੰ ਚੇਤੇ 'ਚ ਵਸਾਉਣਾ, ਜਪਣਾ, ਫਿਰ ਅਸੀਂ ਉਹਦੇ ਨਾਲ ਇੱਕਮਿਕ ਹੋਣਾ। ਤੇ ਸਤਿਗੁਰੂ ਕਹਿੰਦੇ ਬੈਠ ਜਾ ਫਿਰ ਚੌਂਕੜਾ ਲਾ ਕੇ, ਤੇਰਾ ਸਰੀਰ ਪਹਿਲਾਂ ਟਿਕੂ, ਫਿਰ ਤੇਰਾ ਹੌਲੀ ਹੌਲੀ ਮਨ ਟਿਕੂ। ਮਨ ਸਰੀਰ ਇੱਕੋ ਹੀ ਆ, ਇਹ ਟਿਕ ਜਾਂਦਾ ਫਿਰ ਜਦੋਂ ਬਹਿਣਾ ਸ਼ੁਰੂ ਕਰਦੇ ਆ। ਉਹਦੇ ਮਿਸ਼ਨ ਨੇ ਆਪਾਂ ਕੱਲੇ ਤੇ ਜਾਣਕਾਰੀ ਪਾਵਾਂਗੇ। ਫਿਰ ਜਦੋਂ ਤੁਸੀਂ ਜਿਹੜੇ ਨੂੰ ਜਪਦੇ ਤੇ ਧਿਆਉਣੇ ਹੋ, ਫਿਰ ਉਹਦੇ ਗੁਣ ਗਾਏ ਗਏ ਆ ਬਾਣੀ 'ਚ, ਫਿਰ ਬਾਣੀ ਪੜ੍ਹਨੀ ਹੈ, ਜਪ ਕਰਨਾ ਹੈ, ਪਾਠ ਕਰਨਾ ਹੈ, ਫਿਰ ਉਹ ਪਾਠ ਤੇ ਜਪ ਕੀਤੇ ਦਾ ਸਿਮਰਨ ਬਣ ਜਾਂਦਾ। ਯਾਨੀ ਸਿਮਰਨ ਦਾ ਮਤਲਬ ਚੇਤਾ, ਸਾਡੇ ਉਹ ਗੱਲਾਂ ਚੇਤੇ ਰਹਿੰਦੀਆਂ। ਜਿਵੇਂ ਅਸੀਂ ਕਿਤੇ ਬਾਹਰ ਗਏ ਹਾਂ, ਉਦੋਂ ਬਾਅਦ ਤੇ ਸਾਨੂੰ ਅਸੀਂ ਕਿਸੇ ਨਾਲ ਦਰਿਆਉਤ ਕਰ ਬੈਠੇ ਤੇ ਗੁਰੂ ਨਾਨਕ ਚੇਤੇ ਆਉਣਗੇ ਕਿ ਗੁਰੂ ਨਾਨਕ ਤਾਂ ਕਹਿੰਦੇ ਸੀ ਸਭਨਾ ਜੀਆਂ ਕਾ ਇੱਕ ਦਾਤਾ, ਮੈਂ ਬੜਾ ਇਹਨੂੰ ਜੀ ਸਮਝਿਆ ਹਨਾ, ਬੜੀ ਮੈਂ ਗੁਰੂ ਦੀ ਗੱਲ ਮੰਨੀ, ਇਹ ਮੂੰਹ ਤੇ ਚਪੇੜ ਵੱਜਣੀ ਆ, ਫਿਰ ਸਾਨੂੰ ਪਿੱਛੇ ਹਟਣਾ ਪੈਣਾ। ਅਸੀਂ ਕਿਸੇ ਨਾਲ ਗਲਤ ਵਿਹਾਰ ਕਰ ਰਹੇ ਹਾਂ, ਗੁਰੂ ਨਾਨਕ ਤਾਂ ਕਹਿੰਦੇ ਸੀ ਸਭੇ ਸਾਂਝੀ ਵਾਲ ਸਦੈਣ, ਕੋਈ ਨਾ ਦੱਸੇ ਵਾਰਾ ਜੀਓ, ਤੇ ਮੈਂ ਤਾਂ ਸਾਰੇ ਹੀ ਵਾਰੇ ਬਣਾਤੇ, ਮੈਂ ਤਾਂ ਆਪ ਤੋਂ ਬਿਨਾਂ ਚੰਗਾ ਹੀ ਕਿਸੇ ਨੂੰ ਨਹੀਂ ਮੰਨਦਾ। ਗੁਰੂ ਨਾਨਕ ਨੇ ਤਾਂ ਪੂਰੀ ਕਾਇਨਾਤ ਬਖਸ਼ਤੀ ਸੀ ਆਪਣੇ ਸੁਣਨ ਵਾਲਿਆਂ ਨੂੰ, ਆਪਣੇ ਸਿੱਖਾਂ ਨੂੰ, ਤੇ ਅਸੀਂ ਤਾਂ ਆਪਦੇ ਜੋ ਸਿੱਖ ਵੀ ਹੈਗੇ ਨੇ ਵਿਚਾਰੇ ਉਹਨਾਂ ਨੂੰ ਵੀ ਕੱਟੀ ਜਾਂਦੇ ਆ, ਤੇ ਅਸੀਂ ਫਿਰ ਗੁਰੂ ਦੇ ਨਹੀਂ ਬਣੇ। ਇਹ ਚੀਜ਼ਾਂ ਜਦੋਂ ਅਸੀਂ ਉਹ ਫਿਰ ਸਿਮਰਨ 'ਚ ਆ ਜਾਂਦੀਆਂ ਨਾ, ਚੇਤੇ ਆ ਜਾਂਦੀਆਂ, ਫਿਰ ਸਾਨੂੰ ਪਤਾ ਚੱਲਦਾ ਕਿ ਸਾਨੂੰ ਜੋ ਪੈਟਰਨ ਅਸੀਂ ਪਹਿਲਾਂ ਮੱਲੀ ਬੈਠੇ ਉਹ ਛੱਡਣੇ ਪੈਣੇ ਆ। ਉਹ ਕੁੰਡੀਆਂ ਵਿੱਚੋਂ ਨਿਕਲਦੀਆਂ ਜਾਣੀਆਂ, ਅਸੀਂ ਹੌਲੇ ਫੁੱਲ ਹੁੰਦਾ ਜਾਣਾ, ਤੇ ਸਾਡਾ ਅੰਦਰੇ ਅੰਦਰ ਬਾਹ ਗੁਰੂ ਨਾਲ ਵੱਧਦਾ ਜਾਣਾ। ਜਿਵੇਂ ਜਿਵੇਂ ਗੁਰੂ ਨਾਲ ਵਧਾਂਗੇ, ਫਿਰ ਸਤਿਗੁਰੂ ਕਹਿੰਦੇ ਪਵਨ ਗੁਰੂ ਤੇਰੇ ਕੋਲ ਆ, ਉਹਦੇ ਚਰਨਾਂ ਦਾ ਧਿਆਨ ਧਰ, ਆਉਂਦੇ ਜਾਂਦੇ ਸਵਾਸਾਂ ਨੂੰ ਮਹਿਸੂਸ ਕਰ। ਜਿਵੇਂ ਜਿਵੇਂ ਮਹਿਸੂਸ ਕਰੇਗਾ, ਜਿੱਥੋਂ ਪਰਾਸ਼ਕਤੀ ਨਿਕਲਦੀ ਆ, ਇਹ ਵੈਖਰੀ ਮੱਧਮਾ ਪਸੰਤੀ ਪਰਾ ਵਾਲੇ ਥਾਂ ਤੇ ਜਦੋਂ ਤੇਰਾ ਧਿਆਨ ਜਾ ਵੜਿਆ, ਉੱਥੋਂ ਫਿਰ ਤੇਰੇ ਉਹ ਹੁਕਮ ਦੀ ਸਮਝ ਆ ਜਾਣੀ ਆ ਜਿਹੜਾ ਸਰਵ ਵਿਆਪਕ ਹੈ। ਤੈਨੂੰ ਆਪਣੇ ਆਪ ਪਤਾ ਲੱਗਦਾ ਜਾਣਾ ਕਿ ਇੱਥੇ ਜੋ ਵੀ ਹੋ ਰਿਹਾ ਸਭ ਉਹਦੀ ਰਜ਼ਾ 'ਚ ਹੋ ਰਿਹਾ, ਕਿਉਂਕਿ ਅਸੀਂ ਪਹਿਲਾਂ ਹੀ ਭੁੱਲੇ ਹੁੰਦੇ ਹਾਂ। ਜਦੋਂ ਅਸੀਂ ਇਹ ਗੱਲਾਂ 'ਤੇ ਧਿਆਨ ਦੇਵਾਂਗੇ ਨਾ, ਦੁੱਖ ਸੁੱਖ ਦੋਨੋਂ ਕੱਪੜੇ ਪਹਿਰੇ ਜਾਏ ਮਨੁੱਖ, ਫਿਰ ਵੀ ਇਹ ਤਾਂ ਆਉਣੇ ਹੀ ਆਉਣੇ ਆ ਦੁੱਖ ਸੁੱਖ, ਤਾਂ ਬਾਬਾ ਤਾਂ ਕਹਿੰਦੇ ਨਹੀਂ ਆਉਂਦੇ ਨਹੀਂ। ਫਿਰ ਦੇਖੋ ਗੁਰੂ ਨਾਨਕ ਨੇ ਇੱਕ ਹੋਰ ਗੱਲ ਲਿਖ ਕੇ ਦਿੱਤੀ, ਅਸੀਂ ਐਵੇਂ ਬਹੁਤੀ ਚਿੰਤਾ ਜਨਾ ਪਿਆ ਕਰਕੇ ਕਿ ਆਹ ਕਰਗੇ। ਗੁਰੂ ਨਾਨਕ ਕਹਿੰਦੇ ਕੇਤਿਆਂ ਦੁੱਖ ਭੂਖ ਸਦਮਾਰ, ਇਹ ਵੀ ਦਾਤ ਤੇਰੀ ਦਤਾਰ। ਉਹ ਤਾਂ ਕਹਿੰਦੇ ਇਹ ਵੀ ਉਹਦੀਆਂ ਦਾਤਾਂ ਕਿ ਕਿੰਨੇ ਲੋਕ ਦੁਖੀ ਨੇ, ਕਿੰਨੇ ਭੁੱਖੇ ਮਰਦੇ ਫਿਰਦੇ ਨੇ, ਕਈਆਂ ਤੇ ਮਾਰ ਹੀ ਪੈ ਰਹੀ ਹੈ, ਪਰ ਇਹ ਵੀ ਦਾਤ ਆ। ਕਿਵੇਂ ਦਾਤ ਹੈ? ਕਿਸੇ ਨੂੰ ਐਵੇਂ ਇੱਥੇ ਕੁਛ ਨਹੀਂ ਮਿਲਦਾ, ਜਿਹਨੇ ਜਿਵੇਂ ਬੀਜਿਆ ਵਾ ਉਹੀ ਵੱਢ ਰਿਹਾ। ਜਿਹੜਾ ਤਖਤ ਬੈਠ ਰਿਹਾ ਉਹਨੇ ਉਹ ਤਖਤ ਲਈ ਕੁਛ ਕੀਤਾ, ਤਖਤੇ ਰਾਜਾ ਸੋ ਵਹੀ ਜੋ ਤਖਤੇ ਲਾਇਕ ਹੋਈ। ਜਿਹੜਾ ਛਿੱਤਰ ਖਾ ਰਿਹਾ ਉਹ ਛਿੱਤਰਾਂ ਦੀ ਲਾਇਕ ਹੈ। ਇਸ ਕਰਕੇ ਜੋ ਸਾਰੀਆਂ ਚੀਜ਼ਾਂ ਸਮਝ ਆਉਂਦੀਆਂ ਤੇ ਉਦੋਂ ਬੰਦਾ ਇੱਕ ਵਾਰੀ ਪਿੱਛੇ ਰੁਕ ਜਾਂਦਾ, ਮਾਲਕ ਦੇ ਰੰਗਾਂ ਨੂੰ ਵੇਖਦਾ ਕਿ ਜੋਗੀ ਅੰਦਰ ਜੋਗੀ ਆ, ਤੂੰ ਭੋਗੀ ਅੰਦਰ ਭੋਗੀ ਆ। ਵੀ ਸਾਰੇ ਥਾਈਂ ਜੇ ਤੂੰ ਆਪ ਹੀ ਆ, ਮੈਂ ਐਵੇਂ ਟੈਨਸ਼ਨ ਨਾਲ ਚੱਕੀ ਫਿਰਦਾ ਵੀ ਮੈਂ ਪਤਾ ਨਹੀਂ ਕੀ ਕਰ ਦੂੰਗਾ ਤੇ ਮੈਂ ਕੋਈ ਵੱਖਰਾ ਹੀ ਕੁਛ ਕਰ ਦੂੰਗਾ, ਨਹੀਂ ਕੁਛ ਨਹੀਂ ਹੋਣਾ। ਉਹ ਗੁਰੂ ਨਾਨਕ ਨੇ ਤਾਂ ਸਾਨੂੰ ਹੌਲੇ ਫੁੱਲ ਵਰਗੇ ਕਰ ਦੇਣਾ, ਜਿਵੇਂ ਜਿਵੇਂ ਅਸੀਂ ਬਾਣੀ ਪੜ੍ਹਨੀ ਆ, ਤੇ ਫਿਰ ਸਾਡੀ ਸੁਰਤ ਨੇ ਹੁਲਾਰੇ ਲੈਣੇ ਆ, ਉੱਡਣਾ ਸਾਡੇ ਸੂਖਮ ਸਰੀਰ ਨੇ। ਸਾਨੂੰ ਜਿਉਂਦੇ ਜੀ ਪਤਾ ਲੱਗ ਜਾਣਾ ਕਿ ਆਹ ਬੋਡੀ 'ਚੋਂ ਮੈਂ ਬਾਹਰ ਵੀ ਜਾ ਸਕਦਾ,
ਸਰੀਰ ਐਂ ਪਿਆ ਰਹਿ ਜਾਣਾ ਜਿਵੇਂ ਅੱਜ ਪਿਆ ਸਾਹਮਣੇ ਪਿਆ ਦਿਸ ਜਾਂਦਾ। ਇਹ ਚੀਜ਼ਾਂ ਸਾਡੇ ਨਾਲ ਵਾਪਰਦੀਆਂ, ਅਸੀਂ ਜਾਣਨਾ ਕਿ ਅਸੀਂ ਇੱਕ ਓਂਕਾਰ ਦਾ ਹਿੱਸਾ। ਆਹ ਸਰੀਰ 'ਚ ਆ ਕੇ ਅਸੀਂ ਭੁੱਲੇ ਹਾਂ ਥੋੜ੍ਹੇ ਜਿਹੇ। ਜਿਵੇਂ ਕਬੀਰ ਸਾਹਿਬ ਕਹਿੰਦੇ ਇਹ ਮਨ ਸ਼ਕਤੀ, ਇਹ ਮਨ ਸੀ ਉਹ। ਜਦੋਂ ਇਹ ਸ਼ਕਤੀ ਆਦ ਸ਼ਕਤੀ ਵੱਲ ਨੂੰ ਮੁੜ ਪੈਂਦਾ, ਪ੍ਰਕਿਰਤੀ ਵੱਲ ਨੂੰ ਮੁੜ ਪੈਂਦਾ, ਲਗਜ਼ਰੀ ਵੱਲ ਨੂੰ ਮੁੜ ਪੈਂਦਾ, ਤਾਂ ਇਹ ਮਨ ਇਹਦਾ ਰੂਪ ਹੋ ਜਾਂਦਾ। ਇਹਨੂੰ ਇਹੀ ਸਾਰੀਆਂ ਗੱਲਾਂ ਚੰਗੀਆਂ ਲੱਗਦੀਆਂ। ਜਦੋਂ ਇਹੀ ਮਨ ਸ਼ਿਵ ਵੱਲ ਮੁੜ ਪੈਂਦਾ, ਸੀਓ ਵੱਲ, ਤਾਂ ਫਿਰ ਉਹ ਪ੍ਰਮਾਤਮਾ ਵਾਲਾ ਰਸਤਾ ਚੰਗਾ ਲੱਗਣ ਲੱਗ ਜਾਂਦਾ। ਫਿਰ ਇਹ ਉਹਦਾ ਰੂਪ ਹੋਣਾ ਸ਼ੁਰੂ ਹੋ ਜਾਂਦਾ। ਮਹਾਰਾਜ ਦੀ ਬਾਣੀ ਸਿੱਧਾ ਕਲੀਅਰ ਕਰਦੇ ਕਿ ਜੈਸੀ ਸੰਗਤ ਮਿਲਾ ਤੈਸੇ ਹੀ ਫਲ ਖਾਏ। ਇਹਨੂੰ ਜਿੱਥੇ ਲੈ ਜਾਓਗੇ ਇਹਨੇ ਉਵੇਂ ਹੁੰਦੇ ਜਾਣਾ, ਤੇ ਦਿਨੋਂ ਦਿਨ ਅੰਦਰੋਂ ਗੁੰਝਲਾਂ ਖੁੱਲ੍ਹਦੀਆਂ ਜਾਣੀਆਂ। ਜਿਵੇਂ ਇੱਕ ਐਵਰੈਸਟ ਤੇ ਚੜ੍ਹਨ ਵਾਲੇ ਬੰਦੇ ਨੂੰ ਉਹਦਾ ਗਾਈਡ ਦੱਸਦਾ ਕਿ ਆਹ ਵੀ ਭਾਰੀ ਚੀਜ਼ ਨਹੀਂ ਲਿਜਾਣੀ, ਆਹ ਵੀ ਨਹੀਂ ਲਿਜਾਣੀ, ਬੂਟ ਇਹੋ ਜਿਹੇ ਲੈਣੇ ਆ, ਅੱਗੇ ਤੂੰ ਐਂ ਵਧਣਾ, ਇੰਨਾ ਸਫ਼ਰ ਐਂ ਕਰਨਾ। ਉਵੇਂ ਜਿਵੇਂ ਅਸੀਂ ਬੋਝ ਚੱਕੀ ਬੈਠੇ ਆ ਨਾ, ਦੁਨੀਆ ਭਰ ਦਾ ਮਨ ਦੇ ਵਿੱਚ, ਮੱਤ ਦੇ ਵਿੱਚ, ਇਹ ਸਾਰਾ ਲਹਿੰਦਾ ਤੁਰਿਆ ਜਾਣਾ। ਜਿਵੇਂ ਜਿਵੇਂ ਬਾਣੀ ਪੜ੍ਹਾਂਗੇ, ਕੋਸ਼ਿਸ਼ ਕਰਾਂਗੇ ਆਪਾਂ, ਤੁਸੀਂ ਸਾਥ ਦਿਓ, ਸੁਣਦੇ ਰਹੋ। ਆਪਾਂ ਗੁਰਬਾਣੀ ਪੜ੍ਹਦਿਆਂ ਹੋਇਆਂ ਜੋ ਖਜ਼ਾਨਾ ਸਾਨੂੰ ਦਸੇ ਪਾਤਸ਼ਾਹੀਆਂ ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ ਦੇ ਗਏ ਆ, ਸਾਡੇ ਤੇ ਤਾਂ ਇੱਕ ਅਪਾਰ ਬਖਸ਼ਿਸ਼ ਇਹ ਵੀ ਆ ਕਿ ਗੁਰੂ 10ਵੇਂ ਪਾਤਸ਼ਾਹ ਨਾਲ ਸੰਬੰਧ ਤੋਂ ਬੁਰਜ ਇੱਕੋ ਇੱਕ ਵਿਸ਼ਵ 'ਚ ਨਿਸ਼ਾਨੀ ਬਚੀ ਹੈ, ਜਿਹਦੀ ਬਚਪਨ ਤੋਂ ਸੇਵਾ ਕਰਦੇ ਆ, ਤੇ ਉਹਨੇ ਸੇਵਾ ਬਖਸ਼ੀ ਹੈ ਮਾਲਕ ਨੇ। ਹੱਥ ਲਿਖਤ ਗੁਰੂ ਗ੍ਰੰਥ ਸਾਹਿਬ ਇੱਥੇ ਹੈਗਾ, ਹੱਥ ਲਿਖਤ 10ਵਾਂ ਗ੍ਰੰਥ ਹੈਗਾ। ਹੋਰ ਬੇਅੰਤ ਪੋਥੀਆਂ ਜੋ ਪਾਤਸ਼ਾਹ ਬਖਸ਼ਿਸ਼ ਕਰਕੇ ਗਏ, ਬੜੀਆਂ ਦਾਤਾਂ ਮਾਤਾ ਦੇਸਾਂ ਨੂੰ ਦੇ ਕੇ ਗਏ। ਉਹ ਜੋ ਦਿੱਤਾ ਉਹ ਇੱਕ ਦਿਨ ਨਹੀਂ ਦੱਸਿਆ ਜਾ ਸਕਦਾ। ਇਹਨਾਂ 50 ਸਾਲਾਂ 'ਚ ਜੋ ਜਾਣਿਆ ਆਪਾਂ ਇੱਕ ਇੱਕ ਕਰਕੇ ਸਾਂਝਾ ਪਾਉਂਦੇ ਜਾਵਾਂਗੇ। ਜੁੜੇ ਰਹੋ। ਮਾਂ ਦੇਸਾਂ .ਜਸਵੀਰ ਸਿੰਘ ਇਹ ਚੈਨਲ ਆ ਜਿਹੜਾ, ਸਬਸਕ੍ਰਾਈਬ ਕਰੋ, ਸ਼ੇਅਰ ਕਰੋ, ਆਪਦੇ ਭੈਣ ਭਾਈਆਂ ਨੂੰ ਦੱਸੋ ਕਿ ਆਪਾਂ ਇਹ ਵਿਆਖਿਆ ਸੁਣਨੀ ਆ, ਤਾਂ ਕਿ ਸੁਣ ਕੇ ਆਪਾਂ ਕਲੀਅਰ ਹੁੰਦੇ ਜਾਈਏ, ਬਹੁਤੇ ਚੱਕਰਾਂ 'ਚ ਨਾ ਪਈਏ। ਉਹ ਤੁਹਾਡੇ ਜਦੋਂ ਸਵਾਲ ਆਇਆ ਕਰਨਗੇ ਉਹਨਾਂ ਦੇ ਆਪਾਂ ਜਵਾਬ ਵੀ ਦੇਵਾਂਗੇ। ਬੋਲਦਿਆਂ ਕੋਲੋਂ ਕਿਸੇ ਤਰ੍ਹਾਂ ਦੀ ਕੋਈ ਗਲਤੀ ਹੋ ਗਈ ਹੋਵੇ, ਖਿਮਾ ਦੇ ਜਾਚਕਾਂ। ਗੁਰੂ ਮਹਾਰਾਜ ਗੁਰੂ ਕੀਆਂ ਸੰਗਤਾਂ ਬਖਸ਼ਣਹਾਰ ਨੇ। ਕਿਰਪਾ ਕਰੋ। ਤੁਹਾਡਾ ਆਪਣਾ ਮਾਂ ਦੇਸਾਂ ਆਨੰਦਨ ਜਸਵੀਰ ਸਿੰਘ, ਜਗਤ ਗੁਰੂ ਬਾਬਾ ਨਾਨਕ ਦੀਆਂ ਸੰਗਤਾਂ ਦੇ ਚਰਨਾਂ ਦੀ ਧੂੜ, ਮੁੱਖ ਸੇਵਾਦਾਰ ਗੁਰਦੁਆਰਾ ਬੁਰਜ ਸਾਹਿਬ ਮਾਈ ਦੇਸਾਂ ਪਾਤਸ਼ਾਹੀ 10ਵੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।